ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਅਤੇ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਸਾਡਾ ਮੁਲਕ ਅੱਜ ਆਜ਼ਾਦੀ ਦੀ 67ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਮੌਕੇ ਵਧਾਈਆਂ ਅਤੇ ਖੁਸ਼ੀਆਂ ਦਾ ਇਜ਼ਹਾਰ ਹੋ ਰਿਹਾ ਹੈ। 15 ਅਗਸਤ 1947 ਨੂੰ ਅੰਗਰੇਜ਼ ਬਸਤਾਨਾ ਦਾ ਰਾਜ ਖਤਮ ਹੋਇਆ, ਭਾਰਤ ਆਜ਼ਾਦ ਹੋਇਆ ਅਤੇ ਪਾਕਿਸਤਾਨ ਨਵਾਂ ਮੁਲਕ ਬਣਿਆ। ਆਜ਼ਾਦੀ ਦੀਆਂ ਖੁਸ਼ੀਆਂ ਅਤੇ ਵੰਡ ਦੇ ਕਤਲੇਆਮ ਦੀ ਤਕਲੀਫ ਇੱਕੋ ਵੇਲੇ ਹੰਢਾਈ ਗਈ। ਆਜ਼ਾਦ ਹੋਏ ਮੁਲਕ ਵਿੱਚ ਸ਼ਹਿਰੀਆਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਗਏ। ਪਿਛਲੇ 66 ਸਾਲਾਂ ਦੌਰਾਨ ਹਰ ਖੇਤਰ ਵਿੱਚ ਤਰੱਕੀ ਹੋਈ ਹੈ। ਆਜ਼ਾਦੀ ਦਾ ਅਹਿਸਾਸ ਕਿਹਨਾਂ ਲੋਕਾਂ ਕੋਲ ਕਿਸ ਰੂਪ ਵਿੱਚ ਪਹੁੰਚਿਆ, ਅੱਜ ਇਹੋ ਲੇਖਾ ਜੋਖਾ ਕਰਨ ਦਾ ਮੌਕਾ ਹੈ। ਅੱਜ ਆਜ਼ਾਦੀ ਦਾ 67ਵਾਂ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਲਾਲ ਕਿਲੇ ਤੋਂ ਕੌਮੀ ਝੰਡਾ ਲਹਿਰਾਇਆ ਅਤੇ ਪਿਛਲੇ 65 ਸਾਲਾਂ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਕੀਤਾ। ਉਹਨਾਂ ਨੇ ਪ੍ਰਾਪਤੀਆਂ ਦੇ ਨਾਲ-ਨਾਲ ਮੌਜੂਦਾ ਦੌਰ ਦੀਆਂ ਦਰਪੇਸ਼ ਸਮੱਸਿਆਵਾਂ ਦਾ ਜ਼ਿਕਰ ਵੀ ਕੀਤਾ ਹੈ। ਉਹਨਾਂ ਦੀ ਤਕਰੀਰ ਦਾ ਜ਼ਿਆਦਾ ਹਿੱਸਾ ਉਹਨਾਂ ਦੀ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਹੈ। कि भारत में धीमे विकास का दौर बहुत दिन नहीं चलेगा। पिछले 9 सालों में हमारी अर्थव्यवस्था में औसतन 7.9% सालाना की बढ़ोतरी हुई है। विकास की ये रफ्तार अब तक किसी भी दशक में हुई प्रगति से कहीं ज़्यादा है। ਉਹਨਾਂ ਨੇ ਸਿਹਤ, ਸਿੱਖਿਆ, ਖੁਰਾਕ ਅਤੇ ਸੁਰੱਖਿਆ ਵਰਗੇ ਬੁਨਿਆਦੀ ਮਸਲਿਆਂ ਦੇ ਦੋਵਾਂ ਪੱਖਾਂ ਦਾ ਜ਼ਿਕਰ ਕੀਤਾ ਹੈ। ਸੁਰੱਖਿਆ ਦੇ ਮਾਮਲੇ ਵਿੱਚ ਉਹਨਾਂ ਨਕਸਲੀ ਹਿੰਸਾ ਅਤੇ ਪਾਕਿਸਤਾਨੀ ਦੀ ਘੁਸਪੈਠ ਅਤੇ 5 ਫੌਜੀਆਂ ਦੇ ਕਤਲ ਦਾ ਜ਼ਿਕਰ ਨਾਲੋਂ ਨਾਲ ਕੀਤਾ ਹੈ। हमारी ये भी कोशिश रही है कि पड़ोसी देशों के साथ हमारी दोस्ती बढ़े, लेकिन पाकिस्तान के साथ रिश्ते बेहतर होने के लिए ये ज़रूरी है कि वो अपनी सरजमीन और अपने नियंत्रण वाली ज़मीन का इस्तेमाल भारत के खिलाफ किसी भी कार्रवाई के लिए ना होने दें। ਉਹਨਾਂ ਨੇ ਆਪੇ ਸ਼ੁਰੂ ਕੀਤੀ ਆਰਥਿਕ ਸੁਧਾਰ ਮੁਹਿੰਮ ਦੀ ਆਪ ਹੀ ਤਾਰੀਫ ਕੀਤੀ। ਉਹਨਾਂ ਦੀ ਤਕਰੀਰ ਦਾ ਆਖਰੀ ਹਿੱਸਾ ਬਹੁਤ ਅਹਿਮ ਹੈ। ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਕਿ ਜਦੋਂ ਭਾਰਤ ਗੁਰਬਤ, ਭੁੱਖ, ਬਿਮਾਰੀਆਂ ਅਤੇ ਜ਼ਹਾਲਤ ਤੋਂ ਮੁਕਤ ਹੋਏਗਾ। ਸਾਡਾ ਭਾਰਤ ਖੁਸ਼ਹਾਲ ਹੋਏਗਾ ਅਤੇ ਇਸ ਦੇ ਸਾਰੇ ਸ਼ਹਿਰੀਆਂ ਦੀ ਧਰਮ, ਜਾਤ, ਬੋਲੀ ਅਤੇ ਇਲਾਕੇ ਦੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਖੁਸ਼ਹਾਲੀ ਵਿੱਚ ਬਰਾਬਰ ਦੀ ਹਿੱਸੇਦਾਰੀ ਹੋਏਗੀ। पिछले 10 सालों में जैसी प्रगति हमने की है, यदि हम उसे आगे भी जारी रखें तो वो वक्त दूर नहीं जब भारत को गरीबी, भूख, बीमारी और अशिक्षा से कंप्लीट मुक्ति मिल जाएगी। हमारा भारत खुशहाल होगा और इसकी खुशहाली में सभी नागरिक बराबर के शरीक होंगे, चाहे उनका धर्म, जाति, क्षेत्र, भाषा कुछ भी हो। ਸਾਨੂੰ ਸਿਆਸੀ ਸਥਿਰਤਾ, ਸਮਾਜਿਕ ਸਦਭਾਵਨਾ ਅਤੇ ਸੁਰੱਖਿਆ ਵਾਲਾ ਮਾਹੌਲ ਉਸਾਰਨ ਦੀ ਲੋੜ ਹੈ। ਚਲੋ ਅਸੀਂ ਅਜਿਹੇ ਭਾਰਤ ਦੀ ਉਸਾਰੀ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਈਏ। ਜੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਕਰੀਰ ਦੇ ਇਸ ਹਿੱਸੇ ਨੂੰ ਪਿਛਲੇ ਆਜ਼ਾਦੀ ਦਿਹਾੜਿਆਂ ਤੇ ਲਾਲ ਕਿਲੇ ਤੋਂ ਦਿੱਤੀਆਂ ਤਕਰੀਰਾਂ ਨਾਲ ਮੇਲ ਕੇ ਦੇਖਿਆ ਜਾਏ ਤਾਂ ਸ਼ਾਇਦ ਇਹ ਹਰ ਤਕਰੀਰ ਦਾ ਕੁਝ ਸ਼ਬਦਾਂ ਦੇ ਹੇਰ-ਫੇਰ ਨਾਲ ਹਿੱਸਾ ਹੋ ਸਕਦੀ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਤਕਰੀਰ ਦਾ ਇੱਕ ਜਵਾਬ ਭਾਜਪਾ ਦੇ ਆਗੂ ਵਜੋਂ ਪ੍ਰਧਾਨ ਮੰਤਰੀ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਦਿੱਤਾ ਹੈ। ਨਰਿੰਦਰ ਮੋਦੀ ਨੂੰ ਇਸ ਤਕਰੀਰ ਵਿੱਚ ਸਿਰਫ ਸਮੱਸਿਆਵਾਂ ਨਜ਼ਰ ਆਉਂਦੀਆਂ ਨੇ। ਇਸੇ ਦਿਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੇਂਦਰ ਵੱਲੋਂ ਸੂਬਿਆਂ ਨਾਲ ਹੁੰਦੇ ਵਿਤਕਰੇ ਦੀ ਗੱਲ ਕਰ ਰਹੇ ਨੇ। ਇਸ ਦਿਹਾੜੇ ਉੱਤੇ ਇਹ ਲੇਖਾ ਜੋਖਾ ਕਰਨਾ ਅਹਿਮ ਹੈ ਕਿ ਸਾਡੀਆਂ ਪ੍ਰਾਪਤੀਆਂ ਕੀ ਨੇ, ਨਾਕਾਮਯਾਬੀਆਂ ਕੀ ਨੇ ਤੇ ਇਸ ਵੇਲੇ ਦਰਪੇਸ਼ ਸਮੱਸਿਆਵਾਂ ਕੀ ਨੇ। ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਡਾਕਟਰ ਕੁਲਦੀਪ ਪੁਰੀ, ਜੋ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਨੇ, ਐਜੂਕੇਸ਼ਨ ਦੇ ਮਾਹਰ ਨੇ, ਰਜਨੀ ਸ਼ਾਲੀਨ ਚੋਪੜਾ, ਜੋ ਸੀਨੀਅਰ ਪੱਤਰਕਾਰ ਨੇ, ਜਤਿੰਦਰ ਮੋਹਰ, ਜੋ ਫਿਲਮਸਾਜ਼ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਡਾਕਟਰ ਪੁਰੀ, ਜਦੋਂ 15 ਅਗਸਤ 1947 ਨੂੰ ਸਾਡਾ ਮੁਲਕ ਆਜ਼ਾਦ ਹੋਇਆ, ਬਹੁਤ ਸਾਰੇ ਜਿਹੜੇ ਵਾਅਦੇ ਸੀ ਸਾਡੇ ਸ਼ਹਿਰੀਆਂ ਨਾਲ ਕੀਤੇ ਗਏ ਸਨ ਉਸ ਵੇਲੇ, ਜਿਹਦੇ ਵਿੱਚੋਂ ਸਿੱਖਿਆ ਇੱਕ ਬਹੁਤ ਅਹਿਮ ਮਸਲਾ ਸੀ। ਸਾਡੇ ਸਕੂਲਾਂ ਦੇ ਵਿੱਚ ਇਹ ਨਾਅਰਾ ਲੱਗਦਾ ਰਿਹਾ ਕਿ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ। ਇਹ ਤੀਜਾ ਨੇਤਰ ਖੁੱਲ੍ਹਣ ਦਾ ਜਿਹੜਾ ਰੁਝਾਨ ਹੈ, ਇਹ ਹੁਣ ਤੱਕ ਕਿਸ ਰੂਪ ਦੇ ਵਿੱਚ ਆਇਆ ਤੇ ਤੁਸੀਂ ਕਿਸ ਕਿਸਮ ਦੀਆਂ ਪ੍ਰਾਪਤੀਆਂ ਦੇਖਦੇ ਹੋ ਪਿਛਲੇ 66 ਸਾਲਾਂ ਦੀਆਂ? ਦਿਲਜੀਤ ਜੀ, ਆਜ਼ਾਦੀ ਜਿਸ ਦਿਨ ਮਿਲੀ ਉਸ ਤੋਂ ਪਹਿਲੇ ਦਾ ਜੇ ਅਸੀਂ ਦੌਰ ਦੇਖੀਏ ਤਾਂ ਉਹ ਦਿਨ ਬੜਾ ਮਹੱਤਵਪੂਰਨ ਬਣ ਜਾਂਦਾ ਜੀ, ਕਿ ਉਸ ਵੇਲੇ ਇੱਕ ਇਸ ਤਰ੍ਹਾਂ ਦਾ ਰਾਜ ਸੀ ਜਿਸ ਦੇ ਵਿੱਚ ਆਮ ਲੋਕਾਂ ਦੀ ਕੋਈ ਰਾਏ ਮਾਇਨੇ ਨਹੀਂ ਰੱਖਦੀ ਸੀ ਜੀ। ਤੇ ਇੱਕ ਇਸ ਤਰ੍ਹਾਂ ਦੇ ਰਾਜ ਦੀ ਤਸੱਵੁਰ ਔਰ ਕਲਪਨਾ ਕੀਤੀ ਗਈ ਸੀ 15 ਅਗਸਤ 1947 ਤੋਂ ਕਿ ਇਹ ਉਹ ਰਾਜ ਹੋਏਗਾ
ਜਿਹਦੇ ਵਿੱਚ ਪਹਿਲਾ ਨਿਜ਼ਾਮ ਬਦਲੇਗਾ ਤੇ ਨਵਾਂ ਨਿਜ਼ਾਮ ਆਏਗਾ, ਜਿਸ 'ਚ ਆਮ ਰਾਏ ਦੀ ਵੁਕਤ ਹੋਏਗੀ, ਉਹ ਸੁਣੀ ਜਾਏਗੀ। ਜਦ ਤੱਕ ਵਿਕਾਸ ਦੇ ਤੁਸੀਂ ਗੱਲ ਕੀਤੀ ਕਿ ਹੁਣ ਇਹਨਾਂ 66 ਸਾਲਾਂ ਵਿੱਚ ਹੋਇਆ ਕੀ, ਮੈਂ ਇਹਨੂੰ ਇੱਕ ਲਾਈਨ ਵਿੱਚ ਜੇ ਮੈਂ ਕਹਿਣਾ ਚਾਹਾਂ ਤਾਂ ਇਸ ਤਰ੍ਹਾਂ ਕਿ ਅਸੀਂ ਇਹ ਕਹਿੰਦੇ ਅੱਜ ਤੱਕ ਨਹੀਂ ਥੱਕਦੇ। ਉਸ ਦਿਨ ਵੀ ਇਹ ਕਿਹਾ ਸੀ ਕਿ ਇਸ ਆਜ਼ਾਦੀ ਦਾ ਸੂਰਜ, ਇਹਦੀ ਰੋਸ਼ਨੀ, ਇਹਦੀ ਨਿੱਘ, ਇਹਦੀ ਧੁੱਪ ਹਰ ਇੱਕ ਵਿਅਕਤੀ ਤੱਕ ਪਹੁੰਚੇਗੀ। ਪਰ ਅੱਜ 66 ਸਾਲ ਹੋ ਗਏ ਤੇ ਅੱਜ ਵੀ ਸਾਨੂੰ ਫਿਰ ਜ਼ੋਰ ਦੇ ਨਾਲ ਉੱਪਰ ਸਟੇਜਾਂ ਤੇ ਚੜ੍ਹ ਕੇ ਜਾਂ ਕਈ ਹੋਰ ਤਰ੍ਹਾਂ ਦੇ ਕੋਰੇ ਸੱਚੇ ਝੂਠੇ ਦਾਅਵਿਆਂ ਤੇ ਵਾਅਦਿਆਂ ਦੇ ਨਾਲ ਇਹ ਸਾਬਤ ਕਰਨਾ ਪੈ ਰਿਹਾ ਜਾਂ ਲੋਕਾਂ ਨੂੰ ਸਮਝਾਉਣਾ ਪੈ ਰਿਹਾ ਕਿ ਸਾਡੇ ਵਿਕਾਸ ਦਾ ਮਾਡਲ ਸ਼ਮੂਲੀਅਤ ਵਾਲਾ, ਇਨਕਲੂਸਿਵ ਹੈ, ਇਹ ਐਕਸਕਲੂਸਿਵ ਨਹੀਂ ਹੈਗਾ ਜੀ। ਅਸਲ 'ਚ ਗੱਲ ਇਹ ਹੈਗੀ ਹੈ ਕਿ ਜਿੰਨਾ ਵੀ ਇਸ ਦੌਰ ਵਿੱਚ ਵਿਕਾਸ ਹੋਇਆ, ਇਹਨੂੰ ਅਸੀਂ ਨਾ ਇੱਕ ਡਿਵੈਲਪਮੈਂਟਲ ਲੈਗ ਦੇ ਤੌਰ ਤੇ ਵੀ ਸਮਝ ਸਕਦੇ ਹਾਂ ਜੀ ਕਿ ਇੱਕ ਧਿਰ ਜਾਂ ਇੱਕ ਤਬਕਾ, ਉਸ ਦੇ ਵਿਕਾਸ ਦੀ ਰਫ਼ਤਾਰ ਬਹੁਤ ਤੇਜ਼ ਹੋਈ ਹੈ ਤੇ ਇੱਕ ਵੱਡੇ ਤਬਕੇ ਦੀ ਵਿਕਾਸ ਦੀ ਰਫ਼ਤਾਰ ਬਹੁਤ ਮੱਧਮ ਰਹੀ ਹੈ ਜੀ। ਤਾਂ ਕੁਝ ਲੋਕ ਤਾਂ ਅਜਿਹੇ ਨੇ ਜਿਹੜੇ ਇੰਨਾ ਵਿਕਾਸ ਕਰ ਚੁੱਕੇ ਨੇ, ਇੰਨੀ ਖੁਸ਼ਹਾਲੀ ਨੂੰ ਪਹੁੰਚ ਚੁੱਕੇ ਨੇ ਕਿ ਜਿਹੜੇ ਦੁਨੀਆ ਦੇ ਜੇ ਬਿਹਤਰੀਨ ਜਾਂ ਸਭ ਤੋਂ ਵੱਧ ਅੱਛੇ ਮੁਲਕਾਂ ਦੇ ਵਿੱਚ ਮਿਲਦੀਆਂ ਸੁਵਿਧਾਵਾਂ ਦੀ ਗੱਲ ਕੀਤੀ ਜਾਏ ਤੇ ਉਹ ਇਸ ਮੁਲਕ ਵਿੱਚ ਬੈਠੇ ਵੀ ਉਹਨਾਂ ਨੂੰ ਇੰਜੋਏ ਕਰ ਰਹੇ ਨੇ ਜੀ। ਤੇ ਵੱਡਾ ਤਬਕਾ ਇਹੋ ਜਿਹਾ ਹੈਗਾ ਕਿ ਜਿਹਦੇ ਵਿੱਚ ਅਜੇ ਉਹ ਸੁਵਿਧਾਵਾਂ ਜਿਹੜੀਆਂ ਅੱਜ ਤੋਂ 1 ਸਦੀ ਪਹਿਲੇ ਲੋਕਾਂ ਨੇ ਪ੍ਰਾਪਤ ਕਰ ਲਈਆਂ ਸੀ, ਸ਼ਾਇਦ ਉਹ ਉਸ 1 ਸਦੀ ਵੀ ਪਿੱਛੇ ਨੇ। ਇਹ ਜਿਹੜਾ ਪਾੜਾ ਹੈ, ਇਹ ਜਿਹੜਾ ਫਰਕ ਹੈ, ਅਫਸੋਸ ਨਾਲ ਇਹ ਕਹਿਣਾ ਪੈਂਦਾ ਹੈ ਕਿ ਹਰ ਸਰਕਾਰ ਜਾਂ ਹਰ ਆਪਣੇ ਦਹਾਕੇ ਦੀ ਜਾਂ 5 ਸਾਲਾਂ ਦੀ ਜਾਂ ਕੋਈ ਵੀ ਜਦੋਂ ਪ੍ਰਾਪਤੀ ਦੀ ਗੱਲ ਕਰਦੀ ਹੈ ਤੇ ਉਹ ਐਬਸੋਲਿਊਟ ਟਰਮ ਵਿੱਚ ਤਾਂ ਗੱਲ ਨਹੀਂ ਕਰਦੀ, ਬੜੀ ਰਿਲੇਟਿਵ ਟਰਮਸ 'ਚ ਗੱਲ ਕਰਦੀ ਹੈ ਕਿ ਜੀ ਇਸ ਦੌਰ ਦੇ ਵਿੱਚ ਸਾਡੀ ਤਰੱਕੀ ਪਹਿਲੇ ਦੇ ਨਾਲੋਂ ਤੇਜ਼ ਹੋਈ ਜੀ। ਬਹਿਰਹਾਲ ਇਹ ਬਹੁਤ ਛੋਟੀਆਂ-ਛੋਟੀਆਂ ਡਿਟੇਲਸ ਦੀਆਂ ਗੱਲਾਂ ਨੇ, ਪਰ ਮੋਟੀ ਗੱਲ ਇਹ ਹੈਗੀ ਹੈ ਕਿ ਇਹ ਗੱਲ ਅੱਜ ਵੀ ਉਨੀ ਹੀ ਸੱਚ ਹੈ ਤੇ ਉਨੀ ਹੀ ਇੱਕ ਗੰਭੀਰ ਚੁਣੌਤੀ ਸਾਡੇ ਸਾਹਮਣੇ ਪੈਦਾ ਕਰਦੀ ਹੈ ਕਿ ਵੱਡਾ ਤਬਕਾ ਜਿਹੜਾ ਹੈਗਾ ਉਹਦੇ ਕੋਲ ਉਹ ਜਿਹੜੀ ਆਜ਼ਾਦੀ ਦਾ ਨਿੱਘ, ਉਹ ਸੂਰਜ ਦੀ ਰੋਸ਼ਨੀ, ਉਹ ਚਾਨਣ ਜਿਹੜਾ ਪਹੁੰਚਣਾ ਸੀ ਉਹ ਨਹੀਂ ਪਹੁੰਚਿਆ। ਦੂਸਰੀ ਗੱਲ ਤੁਸੀਂ ਐਜੂਕੇਸ਼ਨ ਦੀ ਕੀਤੀ। ਮੈਂ ਐਜੂਕੇਸ਼ਨ ਦੇ ਬਾਰੇ ਮੈਂ ਇਹ ਕਹੂੰਗਾ ਕਿ ਇਹਨੂੰ ਮੈਂ 2 ਹਿੱਸਿਆਂ ਵਿੱਚ ਵੰਡਦਾ ਜੀ ਕਿ ਇੱਕ ਪਹਿਲਾ ਦੌਰ ਸੀ ਇੱਕ ਆਈਡੀਅਲਿਜ਼ਮ ਵਾਲਾ ਜੀ, ਨੈਸ਼ਨਲ, ਮਤਲਬ ਅਸੀਂ ਰਾਸ਼ਟਰ ਦਾ ਨਿਰਮਾਣ ਕਰਨਾ ਹੈ, ਮਤਲਬ ਜਦੋਂ ਕੌਮੀ ਮੁਕਤੀ ਲਹਿਰ ਦਾ ਜਿਹੜਾ ਅਹਿਸਾਸ ਸੀ ਜਿਉਂਦਾ ਤਿਉਂ ਕਾਇਮ ਸੀ ਔਰ ਉਹਦੇ ਵਿੱਚ ਉਹ ਲੋਕ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਰਾਜ ਦੇ ਵੇਲੇ ਜੀ ਆਪ ਹਿੰਮਤਾਂ ਕਰਕੇ ਅੰਗਰੇਜ਼ ਐਜੂਕੇਸ਼ਨਲ ਸਿਸਟਮ ਦੇ ਬਰਾਬਰ ਪੈਰਲਲ ਇੱਕ ਆਪਣਾ ਨੈਸ਼ਨਲ ਰੀਕਨਸਟਰਕਸ਼ਨ ਦਾ ਜਿਹੜਾ ਐਜੂਕੇਸ਼ਨ ਦਾ ਮਾਡਲ ਹੈ ਉਹ ਖੜਾ ਕੀਤਾ ਸੀ। ਉਹ ਜਿਹੜਾ ਦੌਰ ਹੈ ਉਹ 1-2 ਦਹਾਕੇ ਤਾਂ ਕਾਇਮ ਰਿਹਾ ਜੀ। ਐਕਸਪੈਂਸ਼ਨ ਹੋਈ, ਐਜੂਕੇਸ਼ਨ, ਸਕੂਲ ਖੁੱਲ੍ਹੇ, ਕਾਲਜ ਖੁੱਲ੍ਹੇ, ਯੂਨੀਵਰਸਿਟੀਆਂ ਖੁੱਲ੍ਹੀਆਂ, ਇਹ ਹੋਇਆ। ਲੇਕਿਨ ਜਦੋਂ ਅਸੀਂ 1980 ਵਿੱਚ ਆਉਂਦੇ ਹਾਂ, 1980 ਤੋਂ ਉਸ ਐਕਸਪੈਂਸ਼ਨ ਦੇ ਉੱਪਰ ਜਿਹੜੀ ਸਰਕਾਰ ਕਰਦੀ ਸੀ ਉਸ ਦੀ ਰਫ਼ਤਾਰ ਦੇ ਵਿੱਚ ਮੱਧਮ ਹੋ ਗਈ ਜੀ ਤੇ 91 ਚ ਆ ਕੇ ਆਲਮੋਸਟ ਉਹ ਰੁਕਣ ਵਰਗੀ ਸਥਿਤੀ 'ਚ ਹੋ ਗਈ ਤੇ 91 ਤੋਂ ਬਾਅਦ ਜੀ ਐਜੂਕੇਸ਼ਨ ਦੇ ਖੇਤਰ ਵਿੱਚ ਜਿੰਨੀ ਵੀ ਐਕਸਪੈਂਸ਼ਨ, ਜਿੰਨਾ ਮਤਲਬ ਬੜੋਤਰੀ ਹੋਈ ਹੈ ਜੀ, ਉਹਦਾ ਬਹੁਤ ਜ਼ਿਆਦਾ ਵੱਡਾ ਹਿੱਸਾ ਜੀ ਉਹ ਸਰਕਾਰੀ ਖੇਤਰ 'ਚ ਨਹੀਂ, ਉਹ ਪ੍ਰਾਈਵੇਟ ਖੇਤਰ 'ਚ ਹੈ ਜੀ। ਤੇ ਹੁਣ ਇਹ ਬਲਕਿ ਇੱਕ ਮਤਲਬ ਹੁਣ ਕਹਿ ਲਓ ਕਿ ਰਾਸ਼ਟਰ ਦਾ ਪਤਾ ਨਹੀਂ ਇੱਕ ਮੰਤਰੀ ਬਣ ਗਿਆ ਜੀ ਕਿ ਕੋਈ ਪਾਰਟੀ ਆਵੇ, ਕੋਈ ਸਿਧਾਂਤ ਦਾ ਬੰਦਾ ਆਵੇ, ਉਹ ਇੱਕੋ ਹੀ ਗੱਲ ਕਹਿੰਦਾ, ਨਹੀਂ ਜੀ ਜਿਹੜੀ ਪ੍ਰਾਈਵੇਟਾਈਜੇਸ਼ਨ ਹੈ ਜੀ, ਅੱਛਾ ਇਹਦੀਆਂ ਕੁਝ ਆਪਣੀਆਂ ਸਮੱਸਿਆਵਾਂ ਨੇ ਜਿਹਦੇ ਕਰਕੇ ਜਿਹੜਾ ਮੈਂ ਪਹਿਲੇ ਤੁਹਾਨੂੰ ਗੱਲ ਕੀਤੀ ਸੀ ਕਿ ਵਿਕਾਸ ਦੀ ਰਫ਼ਤਾਰ ਦੇ ਵਿੱਚ ਪਾੜਾ ਬਹੁਤ ਹੈ। ਸ਼ਾਇਦ ਉਹ ਸਾਡੇ ਐਜੂਕੇਸ਼ਨ ਦੇ ਪ੍ਰੋਜੈਕਟ ਦੇ ਵਿੱਚ ਮੈਂ ਜੇ ਫੇਲ ਨਾ ਕਹਾਂ ਤੇ ਬਹੁਤ ਗੰਭੀਰ ਕਮੀਆਂ ਹੋਣ ਦੇ ਕਾਰਨ ਵੀ ਉਹ ਹੋਇਆ। ਤੁਹਾਡੀ ਗੱਲ ਬਿਲਕੁਲ ਸਪਸ਼ਟ ਹੋ ਗਈ। ਰਜਨੀ, 1947 ਦੇ ਵਿੱਚ ਜਦੋਂ ਬਹੁਤ ਸਾਰੀਆਂ ਪ੍ਰਾਪਤੀਆਂ ਗਿਣਵਾਈਆਂ ਗਈਆਂ ਸਨ ਕਿ ਕੀ ਪ੍ਰਾਪਤੀਆਂ ਹੋਣਗੀਆਂ ਆਜ਼ਾਦੀ ਦੀਆਂ, ਉਹਦੇ ਵਿੱਚੋਂ ਇੱਕ ਅਹਿਮ ਮਸਲਾ ਇਹ ਸੀਗਾ ਕਿ ਦੇਖੋ ਜਿਹੜੇ ਯੂਰਪੀ ਮੁਲਕ ਨੇ, ਉੱਤਰੀ ਅਮਰੀਕਾ ਦੇ ਮੁਲਕ ਨੇ, ਉਹਨਾਂ ਦੇ ਵਿੱਚ ਔਰਤਾਂ ਨੇ ਕਈ ਸਾਲ ਸੰਘਰਸ਼ ਕੀਤਾ ਤਾਂ ਉਹਨਾਂ ਨੂੰ ਵੋਟ ਦਾ ਹੱਕ ਮਿਲਿਆ, ਜਦੋਂ ਕਿ ਸਾਡਾ ਮੁਲਕ ਆਜ਼ਾਦ ਹੁੰਦਿਆਂ ਹੀ ਪਹਿਲੇ ਦਿਨ ਹੀ ਉਸ ਹੱਕ ਨੂੰ ਪ੍ਰਵਾਨ ਕਰਦਾ ਹੈ। ਜਦੋਂ ਇਸ ਹੱਕ ਦੀ ਆਪਾਂ ਗੱਲ ਕਰਦੇ ਹਾਂ, ਇਹਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ, ਮਾਣ ਇੱਜ਼ਤ ਦੇ ਮਸਲੇ ਨੇ, ਰੁਤਬੇ ਦੇ ਮਸਲੇ ਨੇ। ਤੁਹਾਨੂੰ ਕੀ ਲੱਗਦਾ ਕਿ ਇਹ ਪਿਛਲੇ 66 ਸਾਲ ਨੇ ਜਿਹੜੇ ਉਹ ਔਰਤਾਂ ਦੀ ਆਬਾਦੀ ਲਈ ਕਿਸ ਕਿਸਮ ਦੇ ਰਹੇ ਨੇ?
ਸਾਨੂੰ ਜਿਹੜਾ ਔਰਤਾਂ ਨੂੰ ਵੋਟ ਕਰਨ ਦਾ ਹੱਕ ਹੈ ਇਹ ਡੈਫੀਨਿਟਲੀ ਡੇ 1 ਤੋਂ ਸਾਨੂੰ ਕਨਸਟੀਟਿਊਸ਼ਨ ਨੇ ਦਿੱਤਾ ਹੈ ਜੀ। ਗਵਰਨਮੈਂਟ ਦੀ ਪਾਲਿਸੀਜ਼ ਵੀ ਡਿਵੈਲਪਮੈਂਟਲ ਰਹੀਆਂ ਨੇ, ਬਟ ਸਾਡੀ ਜਿਹੜੀ ਹੈ ਇਨ ਦੀ ਇੰਡੀਅਨ ਸਬ ਕੰਟੀਨੈਂਟ ਜਿਹੜਾ ਐਟੀਟਿਊਡ ਹੈਗਾ ਉਹ ਹਲੇ ਤੱਕ ਸਰਕਾਰ ਬਦਲਣ 'ਚ ਅਸਮਰਥ ਰਹੀ ਹੈ। ਜਿਹੜਾ ਸਾਡਾ ਪੈਟਰੀਆਰਕਲ ਐਟੀਟਿਊਡ ਹੈ, ਰਿਪਰੈਸਿਵ ਜਿਹੜਾ ਹੈਗਾ ਔਰਤਾਂ ਲਈ, ਉਹਨਾਂ ਨੂੰ ਦਬਾਉਣ ਦੀ ਜਿਹੜੀ ਪ੍ਰਵਿਰਤੀ ਹੈਗੀ ਹੈ ਉਹ ਸੋਸਾਇਟੀ 'ਚ ਹੋਰ ਵੱਧਦੀ ਹੀ ਗਈ, ਘੱਟ ਨਹੀਂ ਹੋਈ ਹੈ। ਅਰਬਨ ਸੈਂਟਰਸ 'ਚ ਡੈਫੀਨਿਟਲੀ ਫਰਕ ਪਿਆ ਹੈ, ਬਟ ਰੂਰਲ ਸੈਂਟਰਸ 'ਚ ਜਿਹੜਾ ਪਾਵਰ ਪਲੇ ਹੈਗਾ, ਜਿਹੜਾ ਡੋਮੀਨੈਂਸ ਹੈਗਾ ਹੈ, ਉਹ ਔਰਤ ਹਲੇ ਤੱਕ ਵੀ ਕਿਸੇ ਦੀ ਪ੍ਰੋਪਰਟੀ ਹੈਗੀ ਹੈ। ਉਹਦੇ ਲਈ ਤੁਸੀਂ ਆਨਰ ਕਿਲਿੰਗ ਕਰ ਸਕਦੇ ਹੋ, ਉਹਨੂੰ ਤੁਸੀਂ ਦਬਾ ਸਕਦੇ ਹੋ। ਐਜੂਕੇਸ਼ਨ ਨੇ ਬਹੁਤ ਫਰਕ ਕੀਤਾ ਹੈ, ਪਰ ਜਿਹੜੀ ਸਾਡੀ ਅਰਬਨ ਸੈਂਟਰਸ ਦਾ ਜਿਹੜਾ ਡਿਵੈਲਪਮੈਂਟ ਹੈ ਉਹ ਮਾਡਲ ਹਲੇ ਸਾਡੀ ਲਾਰਜ ਜਿਹੜੀ ਸਾਡੀ ਪੋਪੂਲੇਸ ਹੈਗੀ ਹੈ ਇਨ ਦੀ ਰੂਰਲ ਏਰੀਆਜ਼ ਉੱਥੇ ਤੱਕ ਨਹੀਂ ਗਿਆ ਹੈ। ਛੋਟੇ ਛੋਟੇ ਟਾਊਨਸ 'ਚ ਵੀ ਜਿਹੜੇ ਹੁਣ ਲੋਕਾਂ ਦੇ ਐਸਪੀਰੇਸ਼ਨਸ ਵੱਧ ਰਹੀਆਂ ਨੇ, ਸਾਡੀ ਜਿਹੜੀ ਆਪਣੀ ਹੀ ਸੋਸਾਇਟੀ ਦੀ ਜਿਹੜੀ ਸੋਚ ਹੈਗੀ ਹੈ ਉਹਨੂੰ ਸਰਕਾਰ ਪੂਰਾ ਟੋਟਲੀ ਰੇਨ ਇਨ ਕਰਨ 'ਚ, ਜੇ ਤੁਸੀਂ ਜਿਹੜੇ ਇਸ ਪ੍ਰੋਗਰੈਸਿਵ ਪਾਲਿਸੀਜ਼ ਨੂੰ ਜਿਹੜੇ ਆਬਸਟੀਕਲ ਸੀਗੀਆਂ, ਜਿਹੜੇ ਲੋਕ ਇਹਨੂੰ ਰੋਕਦੇ ਸੀਗੇ, ਔਰਤਾਂ ਦੀ ਸਿੱਖਿਆ ਨੂੰ ਰੋਕਦੇ ਸੀਗੇ, ਜਾਂ ਉਹਨਾਂ ਦੀ ਡਾਊਰੀ, ਜਿਹੜੇ ਲੋਕ ਡਾਊਰੀ ਨੂੰ ਇੰਨਾ ਪ੍ਰਮੋਟ ਕਰਦੇ ਨੇ, ਉਹਨਾਂ ਦੇ ਖਿਲਾਫ ਲਾਅ ਇੰਨਾ ਸਟਰੋਂਗ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ, ਬਿਕੋਜ਼ ਪੋਲੀਟੀਸ਼ੀਅਨਸ ਤੇ ਸਾਰਾ ਉਹਨਾਂ ਦੀ ਜਿਹੜੀ ਵੋਟ ਬੈਂਕ ਹੁੰਦੀ ਹੈ ਵੀ ਕਿਸੇ ਨੂੰ ਕੁਝ ਜ਼ਿਆਦਾ ਕਹੋ ਨਾ, ਤੇ ਤਾਂ ਕਰਕੇ ਸਾਡੀ ਸੋਸਾਇਟੀ 'ਚ ਮਤਲਬ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ 1947 ਤੋਂ ਬਾਅਦ ਹੁਣ ਤੱਕ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਫਰਕ ਪਿਆ, ਪਰ ਉਨਾ ਫਰਕ ਨਹੀਂ ਪਿਆ ਜਿੰਨੀ ਅਸੀਂ ਤਵੱਕੋ ਕਰਦੇ ਸੀ। ਹਾਂਜੀ, ਅਰਬਨ ਸੈਂਟਰਸ 'ਚ ਜਿੰਨਾ ਫਰਕ ਪਿਆ ਹੈ ਉਹ ਸਾਡੀ ਵਾਸਟ ਰੂਰਲ ਏਰੀਆਜ਼ 'ਚ ਉਨਾ ਫਰਕ ਨਹੀਂ ਪਿਆ ਜੀ। ਜਤਿੰਦਰ, ਜਿਵੇਂ ਰਜਨੀ ਨੇ ਗੱਲ ਕੀਤੀ ਹੈ ਕਿ ਜਿਹੜਾ ਪੇਂਡੂ ਇਲਾਕਾ ਉਹਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ, ਹੋਰ ਕਿਸਮ ਦੀਆਂ ਨੇ, ਜਿਹੜਾ ਸ਼ਹਿਰਾਂ ਦੇ ਵਿੱਚ ਵਿਕਾਸ ਪਹੁੰਚਿਆ ਉਹ ਪਿੰਡਾਂ ਤੱਕ ਨਹੀਂ ਪਹੁੰਚਿਆ। ਤੁਹਾਡਾ ਜਿਹੜਾ ਤਜਰਬਾ ਉਹ ਇਹ ਹੈ ਕਿ ਤੁਸੀਂ ਪਿੰਡ ਦੇ ਵਿੱਚ ਜੰਮੇ ਪਲੇ ਹੋ, ਉੱਥੋਂ ਪੜ੍ਹ ਕੇ ਆਏ ਹੋ, ਚੰਡੀਗੜ੍ਹ ਦੇ ਵਿੱਚ ਰਹਿੰਦੇ ਹੋ, ਬੰਬੇ ਤੱਕ ਦਾ ਤੁਹਾਨੂੰ ਤਜਰਬਾ, ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਜਿਹੜੇ 65 ਸਾਲ ਨੇ ਹਿੰਦੁਸਤਾਨ ਦੀ ਆਜ਼ਾਦੀ ਦੇ, ਉਹ ਆਵਾਮ ਨੇ ਕਿਵੇਂ ਹੰਢਾਏ ਨੇ ਆਪਣੇ ਪਿੰਡੇ 'ਤੇ? ਦੇਖੋ, ਜਦੋਂ ਅਸੀਂ ਸੰਨ 47 ਦੇ ਵਿੱਚ ਸਾਨੂੰ ਸ਼ਬਦ ਇਹ ਦਿੱਤਾ ਗਿਆ ਵੀ ਤੁਸੀਂ ਆਜ਼ਾਦ ਹੋ ਗਏ ਜੀ, ਤੇ ਜਿਹੜਾ ਆਜ਼ਾਦੀ ਦਾ ਮਤਲਬ ਅਰਥ ਆ ਜਿਹੜਾ ਉਹ ਕੌਣ ਕਿਵੇਂ ਲੈਂਦਾ, ਇੱਕ ਮਤਲਬ ਜੇ ਮੂਲ ਰੂਪ ਦੇ ਵਿੱਚ ਜਾਂ ਮਤਲਬ ਇੱਕ ਵੱਡੇ ਉਹਦੇ ਤੇ ਲੈਣਾ ਹੋਵੇ, ਤੇ ਆਜ਼ਾਦੀ ਦਾ ਮਤਲਬ ਸਿਰਫ ਇੱਕ ਰਾਜਾ ਚਲਿਆ ਗਿਆ ਤੇ ਦੂਜਾ ਵਾਪਸ ਆ ਗਿਆ, ਦੂਜਾ ਆ ਗਿਆ ਉਹਦੀ ਜਗ੍ਹਾ, ਇਹਨੂੰ ਸਿਰਫ ਆਜ਼ਾਦੀ ਮੈਨੂੰ ਲੱਗਦਾ ਕਿ ਨਹੀਂ ਕਿਹਾ ਜਾ ਸਕਦਾ। ਆਜ਼ਾਦੀ ਦਾ ਮਤਲਬ ਹੈ ਕਿ ਤੁਹਾਡੇ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਦਾਬਾ, ਕੋਈ ਵੀ ਤੁਹਾਨੂੰ ਜਿਹੜੀ ਡੋਮੀਨੇਸ਼ਨ ਆ ਉਹ ਤੋਂ ਤੁਹਾਨੂੰ ਆਜ਼ਾਦੀ ਮਿਲਣੀ ਚਾਹੀਦੀ ਆ, ਉਹ ਚਾਹੇ ਸਮਾਜਿਕ ਤੌਰ ਦੇ ਉੱਤੇ ਹੋਵੇ ਵੀ, ਆਰਥਿਕ ਤੌਰ ਦੇ ਉੱਤੇ ਹੋਵੇ, ਸਾਰਾ ਇਹ ਉਹ ਸਾਨੂੰ ਆਜ਼ਾਦੀ ਦਾ ਅਸੀਂ ਮਤਲਬ ਇਸ ਸੋਚ ਤੋਂ ਲੈਂਦੇ ਹਾਂ ਜਿੱਥੇ ਮਨੁੱਖ ਨੇ ਆਜ਼ਾਦ ਹੋਣਾ ਸੀ। ਤੇ ਜਦੋਂ ਉਹ ਆਜ਼ਾਦੀ ਦੇ ਵਿੱਚ ਅਸੀਂ ਪਿੰਡ ਤੋਂ ਲੈ ਕੇ ਸ਼ਹਿਰ ਦੀ ਜਿਹੜੀ ਸਾਰੀ ਪਾਪੂਲੇਸ਼ਨ ਆ, ਸਾਰਿਆਂ ਨੂੰ ਇੱਕੋ ਜਿਹਾ ਤਵੱਕੋ ਅਸੀਂ ਰੱਖਦੇ ਸੀ ਵੀ ਉਹਨਾਂ ਨੂੰ ਗਿਣਿਆ ਜਾਊਗਾ, ਪਰ ਇਸ ਦੌਰਾਨ ਇਹ ਨਹੀਂ ਹੋ ਸਕਿਆ ਹੈਗਾ। ਪਿੰਡਾਂ ਦੇ ਵਿੱਚ ਸਭ ਤੋਂ ਜਿਹੜੀ ਤਰੱਕੀ ਦਾ ਜ਼ਿਆਦਾ ਇੱਕ ਜਿਹੜਾ ਮਤਲਬ ਜ਼ਿਆਦਾ ਤਬਕਾ ਸੀ ਉਹ ਸ਼ਹਿਰ ਤੱਕ ਜ਼ਿਆਦਾ ਮਹਿਦੂਦ ਰਹਿ ਗਿਆ, ਜਿਨ੍ਹਾਂ ਨੂੰ ਮਤਲਬ ਤਰੱਕੀ ਮਿਲੀ। ਪਰ ਪਿੰਡ ਜੇ ਮੈਂ ਆਪਣੇ ਤਜਰਬੇ ਨਾਲ ਕਹਾਂ ਤੇ ਉਹਦੇ ਵਿੱਚ ਮੈਂ ਇੱਕ ਜ਼ਰੂਰ ਗੱਲ ਕਹਿਣੀ ਚਾਹੁੰਦਾ ਕਿ ਜਿਹੜੀਆਂ ਬੁਨਿਆਦੀ ਸਹੂਲਤਾਂ ਸਾਨੂੰ ਕਿਸੇ ਟਾਈਮ ਮਿਲਦੀਆਂ ਸੀ, ਜਿਹੜੀਆਂ ਮਤਲਬ ਇੱਕ 47 ਦੇ ਵਿੱਚ ਤੋਂ ਬਾਅਦ ਸਾਨੂੰ ਕਿਹਾ ਗਿਆ, ਉਹਦੇ ਤੋਂ ਵੀ ਲਗਾਤਾਰ ਪਿੰਡ ਨੂੰ ਉਹਨਾਂ ਤੋਂ ਵੀ ਦੂਰ ਲਿਜਾਇਆ ਗਿਆ। ਸਕੂਲ ਜਿਹੜੇ ਨੇ ਉਹ ਲਗਾਤਾਰ ਪ੍ਰਾਈਵੇਟਾਈਜ਼ ਕੀਤੇ ਗਏ ਜਾਂ ਉੱਥੇ ਮਾੜਾ ਪ੍ਰਬੰਧ ਉਹਨਾਂ ਦਾ ਕੀਤਾ ਗਿਆ। ਸੜਕਾਂ ਦੀ ਜਿਹੜੀ ਵੱਧ ਇੰਤਜ਼ਾਮੀਆ ਉਹ ਜਿਹੜੀ ਅੱਜ ਅਸੀਂ ਸੜਕ ਹਾਦਸਿਆਂ ਦੇ ਰੂਪ 'ਚ ਦੇਖ ਰਹੇ ਹਾਂ, ਅੱਜ ਸਾਡੇ ਆਸ-ਪਾਸ ਉਹ ਹੋ ਰਹੀ ਆ, ਤੇ ਤਮਾਮ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਿ ਮਿਨੀਮਮ ਇੱਕ ਪਿੰਡ ਨੂੰ ਮਿਲਣੀਆਂ ਚਾਹੀਦੀਆਂ ਸੀ ਉਹ ਵੀ ਨਹੀਂ, ਕਿਵੇਂ ਖੋਈਆਂ ਜਾ ਰਹੀਆਂ ਨੇ, ਖਾਸ ਕਰਕੇ ਸੰਨ 91 ਤੋਂ ਬਾਅਦ ਜਿਹੜੀਆਂ ਨਿੱਜੀਕਰਨ ਜਾਂ ਲਿਬਰਲਾਈਜੇਸ਼ਨ ਦੀਆਂ ਪਾਲਿਸੀਜ਼ ਨੇ। ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਉਹਦਾ ਤਾਂ ਰਿਵਰਸ ਗੇਅਰ ਇੱਕ ਤਰ੍ਹਾਂ ਦਾ ਚੀਜ਼ਾਂ ਨੂੰ ਲੱਗਿਆ। ਮੈਨੂੰ ਇਹਦਾ ਇੱਕ ਪੁਆਇੰਟ ਬਹੁਤ ਸੋਹਣਾ ਲੱਗਿਆ, ਜਿਹੜੀ ਪਰਸਨਲ ਫਰੀडम ਦੀ ਗੱਲ ਕੀਤੀ ਹੈ। ਸਾਡੀ ਪਰਸਨਲ ਫਰੀडम ਕਾਸਟ ਕਰਕੇ, ਰਿਲੀਜਨ ਕਰਕੇ, ਤੁਹਾਡਾ ਇਕਨੋਮਿਕ ਸਟੇਟਸ ਕੀ ਹੈਗਾ ਹੈ, ਸਾਡੀ ਪਰਸਨਲ ਫਰੀडम ਵੀ ਰੀਅਲੀ ਡੋਂਟ ਹੈਵ ਇਟ। ਮਤਲਬ ਕੁੱਲ ਮਿਲਾ ਕੇ ਇਹ ਹੈ ਕਿ ਆਜ਼ਾਦੀ ਦੇ ਬਹੁਤ ਸਾਰੇ ਪੱਖ ਨੇ ਜਿਨ੍ਹਾਂ ਬਾਰੇ ਸਾਨੂੰ ਗੱਲ ਕਰਨੀ ਪਏਗੀ ਜਦੋਂ ਅਸੀਂ ਲੇਖਾ ਜੋਖਾ ਕਰਾਂਗੇ। ਜਤਿੰਦਰ, ਤੁਸੀਂ ਗੱਲ ਕਰ ਰਹੇ ਸੀਗੇ ਕਿ ਜਿਹੜੇ ਆਜ਼ਾਦੀ ਦੇ ਮਤਲਬ ਨੇ ਉਹ ਵੱਖਰੇ ਵੱਖਰੇ ਤਬਕੇ ਲਈ ਵੱਖਰੇ ਵੱਖਰੇ ਰਹੇ ਨੇ ਤੇ ਉਹਨਾਂ ਦਾ ਤਜਰਬਾ ਵੀ ਵੱਖਰਾ ਵੱਖਰਾ ਰਿਹਾ। ਹਾਂਜੀ, ਆਜ਼ਾਦੀ ਦਾ ਜਦੋਂ ਨਾ ਛੋਟੀ ਜਿਹੀ ਇੱਕ ਗੱਲ ਆ ਵੀ ਇੱਕ ਆਜ਼ਾਦੀ ਤੁਸੀਂ ਜਿਵੇਂ ਕਿ ਵੀ ਭੁੱਖ ਤੋਂ ਆਜ਼ਾਦੀ ਲੈਣੀ ਆ, ਤੁਸੀਂ ਉਹ ਚੰਗੀ ਸਿੱਖਿਆ ਤੁਹਾਨੂੰ ਮਿਲਣੀ ਚਾਹੀਦੀ ਆ, ਇਹ ਤੁਹਾਡੀ ਆਜ਼ਾਦੀ ਦਾ ਹੱਕ ਆ। ਮਤਲਬ ਜਹਾਲਤ ਤੋਂ ਤੁਸੀਂ ਆਜ਼ਾਦੀ ਲੈਣੀ ਆ, ਗੁਰਬਤ ਤੋਂ ਆਜ਼ਾਦੀ ਲੈਣੀ ਆ, ਭੁੱਖ ਤੋਂ ਆਜ਼ਾਦੀ ਲੈਣੀ ਆ। ਤੇ ਪਰ ਜਦੋਂ ਵੱਧਦੀ ਮਹਿੰਗਾਈ ਨੂੰ ਸਾਡੇ ਮੁਲਕ ਦਾ ਪ੍ਰਧਾਨ ਮੰਤਰੀ ਇਹ ਕਹਿੰਦਾ ਵੀ ਇਹ ਤਰੱਕੀ ਦਾ ਸਬੂਤ ਆ,
ਤੇ ਉਹ ਕਿਸ ਤਰ੍ਹਾਂ ਦੀ ਆਜ਼ਾਦੀ ਸਾਡੇ ਮੁਲਕ ਦੀ ਆਵਾਮ ਨੂੰ ਦੇ ਰਿਹਾ। ਉਹ ਭੁੱਖ ਨਾਲ ਮਰਨ ਦੀ ਆਜ਼ਾਦੀ ਦੇ ਰਿਹਾ। ਉਹ ਕਹਿੰਦਾ ਕਿ ਪੈਸੇ ਦਰਖਤਾਂ ਨੂੰ ਨਹੀਂ ਲੱਗਦੇ ਹੈਗੇ ਤੇ ਅਸੀਂ ਇਹਦੇ ਲਈ ਵੱਧ ਤੋਂ ਵੱਧ ਪ੍ਰਾਈਵੇਟਾਈਜ਼ ਕਰਾਂਗੇ, ਜਿਹੜੇ ਕੁਦਰਤੀ ਸੋਮੇ ਨੇ ਉਹਨਾਂ ਨੂੰ ਲੁਟਾਵਾਂਗੇ। ਜਦੋਂ ਉਹ ਗੱਲਾਂ ਕਰ ਰਿਹਾ ਤੇ ਉਹ ਬੇਰੁਜ਼ਗਾਰ ਲੋਕਾਂ ਨੂੰ ਮਰਨ ਦੀ ਆਜ਼ਾਦੀ ਦੇ ਰਿਹਾ। ਇਹ ਸਾਰੀਆਂ ਗੱਲਾਂ। ਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਆਜ਼ਾਦੀ, ਜਿਹੜੀ ਬੰਦੇ ਦੀ ਇੱਕ ਨਿੱਜੀ ਆਜ਼ਾਦੀ ਆ, ਉਹਦੇ ਵਿੱਚ ਪਿਛਲੇ ਸਾਲਾਂ 'ਚ ਕਿਸ ਤਰ੍ਹਾਂ ਦਾ ਖਲਨ ਪਾਇਆ ਜਾ ਰਿਹਾ, ਸਿਕਿਉਰਿਟੀ ਦੇ ਨਾਂ ਦੇ ਉੱਤੇ, ਅੱਤਵਾਦ ਦੇ ਨਾਂ ਦੇ ਉੱਤੇ, ਜਿਹੜਾ ਹੋਮਲੈਂਡ ਸਿਕਿਉਰਿਟੀ ਦੇ ਨਾਂ ਤੇ ਅਮਰੀਕਾ ਕਰ ਰਿਹਾ, ਉਹੀ ਇੰਡੀਆ ਦੇ ਵਿੱਚ ਕਿਵੇਂ ਉਹ ਸਾਰੀਆਂ ਗੱਲਾਂ ਮਤਲਬ ਜਿਹੜੀਆਂ ਆਜ਼ਾਦੀਆਂ ਨੇ ਜੇ ਆਮ ਸ਼ਹਿਰੀਆਂ ਦੀਆਂ ਉਹਨਾਂ ਨੂੰ ਲਗਾਤਾਰ ਕਿਵੇਂ ਖੋਰਾ ਲਾਇਆ ਗਿਆ। ਮਤਲਬ ਮੈਨੂੰ ਲੱਗਦਾ ਕਿ ਸਾਡੀ ਤਾਂ ਸ਼ਾਇਦ ਇਹ ਕੋਸ਼ਿਸ਼ ਜਿਹੜੇ ਹੁਕਮਰਾਨ ਨੇ ਉਹਨਾਂ ਦੀ ਵੀ ਜੰਮਦੇ ਜਵਾਕ ਦੇ ਦਿਮਾਗ 'ਚ ਵੀ ਇੱਕ ਚਿੱਪ ਪਾ ਦਿੱਤੀ ਜਾਵੇ ਵੀ ਉਹਦੀ ਮਤਲਬ ਮੂਵਮੈਂਟ ਪਤਾ ਚੱਲਦੀ ਰਹੇ। ਇਸ ਹੱਦ ਤੱਕ ਮਤਲਬ ਤੁਸੀਂ ਜਾ ਕੇ ਲੋਕਾਂ ਦੀ ਆਜ਼ਾਦੀ 15 ਅਗਸਤ 1947 ਨੂੰ ਆਜ਼ਾਦੀ ਦਿੱਤੀ ਗਈ ਇਸ ਮੁਲਕ ਨੂੰ ਤੇ ਇਹ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆਜ਼ਾਦੀ ਹੈ, ਜਿਸ ਤਰੀਕੇ ਨਾਲ ਉਹਨੇ ਬਾਕੀ ਦੁਨੀਆ ਦੇ ਵਿੱਚ ਆਜ਼ਾਦੀ ਦੇ ਨਾਂ ਦੇ ਉੱਤੇ ਮਨੁੱਖ ਨੂੰ ਵਿਕਸਿਤ ਹੋਣ ਦਾ ਮੌਕਾ ਦਿੱਤਾ, ਹਿੰਦੁਸਤਾਨ 'ਚ ਵੀ ਦਿੱਤਾ ਜਾਏਗਾ। ਤੇ ਬੰਦੇ ਦਾ ਉਸ ਦਿਨ ਸਬਰ ਸ਼ੁਰੂ ਹੋਇਆ ਕਿ ਵੀ ਅਸੀਂ ਕਿੰਨੀ ਦੇਰ ਸਬਰ ਕਰਾਂਗੇ। ਤੇ ਤੁਹਾਨੂੰ ਕੀ ਲੱਗਦਾ ਕਿ ਉਸ ਸਬਰ ਦਾ ਹੀ ਇਮਤਿਹਾਨ ਲਿਆ ਗਿਆ ਜਾਂ ਉਹਨੂੰ ਬੂਰ ਪਿਆ ਕੋਈ? ਉਹਨਾਂ ਨੂੰ ਤਾਂ ਸਬਰ ਦਾ ਸਾਡਾ ਤਾਂ ਇਮਤਿਹਾਨ ਲਿਆ ਗਿਆ ਨਾ ਮੁਲਕ ਦਾ, ਕਿ ਮਤਲਬ ਪਹਿਲਾਂ 20 ਸਾਲ ਪਹਿਲਾਂ ਬੋਲਿਆ ਗਿਆ ਕਿ ਹੌਲੀ ਹੌਲੀ ਮੁਲਕ ਆਜ਼ਾਦੀ ਮਤਲਬ ਉਹ ਤਰੱਕੀ ਕਰੂਗਾ। ਉਹਨੇ ਤਰੱਕੀ ਨਹੀਂ ਕੀਤੀ। ਫਿਰ ਉਹ ਪਤਾ ਨਹੀਂ ਉਹਨਾਂ ਦੀ ਤਰੱਕੀ ਦੇ ਕੀ ਉਹ ਨੇ ਮਤਲਬ ਪੈਮਾਨੇ ਨੇ, ਉਹ ਉਹਨਾਂ ਦੇ ਉੱਤੇ ਉਹ ਅਲੱਗ ਬਹਿਸ ਦਾ ਮੁੱਦਾ ਹੋ ਸਕਦੇ ਨੇ। ਉਹਨਾਂ ਤੋਂ ਲਗਾਤਾਰ ਮਤਲਬ ਜਿਸ ਤਰ੍ਹਾਂ ਦੀ ਆਜ਼ਾਦੀ ਦੀ ਗੱਲ ਉਹਨਾਂ ਨੇ ਕੀਤੀ ਆ, ਹੁਕਮਰਾਨਾਂ ਨੇ ਕੀਤੀ ਆ, ਮੈਨੂੰ ਲੱਗਦਾ ਕਿ ਉਹ ਆਵਾਮ ਦੀ ਆਜ਼ਾਦੀ ਨਹੀਂ ਹੈਗੀ। ਉਹ ਤਾਂ ਸਿਰਫ ਤੁਹਾਡੀ ਸਬਰ ਦਾ ਇਮਤਿਹਾਨ ਲੈ ਰਹੇ ਨੇ ਤੇ ਉਹ ਸਦੀਆਂ ਤੱਕ। ਇੱਕ ਗੱਲ ਜਿਹੜੀ ਹੈਗੀ ਹੈ ਕਿ ਪੰਜਾਬ ਦੇ ਵਿੱਚ ਹਰਾ ਇਨਕਲਾਬ ਆਇਆ, ਉਹਦੇ ਨਾਲ ਲੋਕਾਂ ਦੀ ਬਹੁਤ ਸਾਰੀ ਆਮਦਨ ਵਧੀ। ਤੁਹਾਡੇ ਮੇਰੇ ਵਰਗੇ ਲੋਕ ਉਸ ਦੇ ਨਤੀਜੇ ਵਜੋਂ ਪੜ੍ਹ ਕੇ ਆਏ, ਸ਼ਹਿਰਾਂ ਦੇ ਵਿੱਚ ਆਏ, ਨੌਕਰੀਆਂ ਕੀਤੀਆਂ, ਉਹ ਵੀ ਤਾਂ ਇੱਕ ਤਰੱਕੀ ਹੈ। ਦੇਖੋ ਪਰ ਉਹ ਜਿਹੜੀ ਤਰੱਕੀ ਗ੍ਰੀਨ ਰੈਵੋਲਿਊਸ਼ਨ ਆ ਉਹ ਕਿੰਨੀ ਦੇਰ ਸਰਵਾਈਵ ਕਰ ਸਕਿਆ, ਇਸ ਗੱਲ ਦੇ ਉੱਤੇ ਵੀ ਸਾਨੂੰ ਕਿ ਸਾਨੂੰ 80 ਤੋਂ ਬਾਅਦ ਇਹ ਪਤਾ ਲੱਗ ਗਿਆ ਕਿ ਜਿਹੜੀ ਕਿਸਾਨਾਂ ਦੀ ਜਾਂ ਜਿਹੜੇ ਖੇਤ ਮਜ਼ਦੂਰਾਂ ਦੀ ਜਾਂ ਜਿਹੜੇ ਹੋਰ ਤਬਕੇ ਨੇ, ਹੇਠਲੇ ਤਬਕੇ ਨੇ, ਉਹਨਾਂ ਦੀ ਲਗਾਤਾਰ ਆਮਦਨ ਥੱਲੇ ਗਈ। ਅੱਜ ਖੁਦਕੁਸ਼ੀਆਂ ਦੇ ਉਹਦੇ ਰੂਪ ਦੇ ਵਿੱਚ ਸਾਡੇ ਉਹ ਸਾਹਮਣੇ ਆ ਰਹੀ ਆ। ਇਸ ਕਰਕੇ ਇੱਕ ਤੁਸੀਂ ਲੰਬੀ ਸੋਚ ਕੇ ਜਿਹੜੀ ਪਾਲਿਸੀ ਲੈਵਲ ਦੇ ਉੱਤੇ ਜਿਹੜੀ ਤੁਸੀਂ ਲੰਬੀ ਸੋਚ ਕੇ ਮੁਲਕ ਨੂੰ ਇੱਕ ਚੰਗਾ ਪ੍ਰਬੰਧ ਦੇਣਾ ਸੀ, ਉਹ ਨਹੀਂ ਨਾ ਉਹ ਕਰ ਸਕੇ ਹੈਗੇ। ਅੱਜ ਤਾਂ ਮਤਲਬ ਇੱਕ ਤਾਂ ਸਿਰਫ ਤੁਹਾਡਾ 25 ਸਾਲ ਤੱਕ ਰਾਜ ਚਲਾਉਣ ਦਾ ਜਦੋਂ ਤੁਹਾਡੇ ਸਾਹਮਣੇ ਸਿਰਫ ਟੀਚਾ ਹੋਵੇ ਤੇ ਮੁਲਕ ਦੀ ਆਵਾਮ ਨੂੰ ਤੁਸੀਂ ਕਿਸ ਤਰ੍ਹਾਂ ਦਾ ਪ੍ਰਬੰਧ ਦੇਵੋਗੇ, ਤਾਂ ਮੈਨੂੰ ਲੱਗਦਾ ਫਿਰ ਇਹ ਤੇ ਸ਼ੱਕ। ਪਰ ਮੈਨੂੰ ਇਹ ਕਹਿਣਾ ਵੀ ਟੋਟਲ ਪੋਲੀਟੀਕਲ ਕੋਲੈਪਸ ਹੈਗਾ ਹੈ ਪੋਲੀਟੀਕਲ ਮਸ਼ੀਨਰੀ ਦਾ ਜਾਂ ਐਡਮਿਨਿਸਟ੍ਰੇਟਿਵ ਮਸ਼ੀਨਰੀ ਦਾ, ਇਹ ਗਲਤ ਹੈ। ਅਸੀਂ ਆਪ ਸਿਟੀਜ਼ਨਸ ਨੇ ਵੀ ਆਪਣੀ ਬਹੁਤ ਰਾਈਟਸ ਤੇ ਬਹੁਤ ਲੈ ਲਏ। ਇਹ ਵੀ ਮੇਰਾ ਹੱਕ ਹੈ, ਉਹ ਵੀ ਮੇਰਾ ਹੱਕ ਹੈ। ਹੱਕ ਦਾ ਸਾਡੀ ਲਿਸਟ ਬਹੁਤ ਲੰਬੀ ਹੈ, ਪਰ ਸਾਡੀ ਡਿਊਟੀਜ਼ ਦੀ ਲਿਸਟ ਉਨੀ ਲੰਬੀ ਨਹੀਂ ਹੈਗੀ। ਅਸੀਂ ਚੰਡੀਗੜ੍ਹ ਆ ਕੇ ਠੀਕ ਹੈ ਆਪਣੀ ਗਲੀ ਦੇ ਬਾਹਰ ਕੂੜਾ ਨਹੀਂ ਸੁੱਟਦੇ, ਬਾਕੀ ਪੰਜਾਬ ਤੇ ਹਰਿਆਣਾ ਦੇ ਤੁਸੀਂ ਸ਼ਹਿਰਾਂ 'ਚ ਚਲੇ ਜਾਓ, ਉਹਨਾਂ ਦੀ ਹਲੇ ਵੀ ਓਨਾ ਹੀ ਗੰਦ ਹੈ। ਤੇ ਭਾਵੇਂ ਮੈਂ ਦੇਖਿਆ ਜਿੱਥੇ ਸਰਕਾਰ ਸਾਫ਼ ਕਰਦੀ ਵੀ ਹੈਗੀ ਹੈ, ਉੱਥੇ ਸਾਡੀ ਬਾਹਰ ਆਪਣਾ ਗੰਦਾ ਰੱਖਣ ਦੀ ਇੰਨੀ ਪੁਰਾਣੀ ਰੀਤ ਹੈਗੀ ਕਿ ਘਰ ਨੂੰ ਸਾਫ਼ ਰੱਖੀਏ ਤੇ ਬਾਹਰ ਗੰਦਾ ਰੱਖੀਏ, ਕਿ ਇਟਸ ਅ ਕਲਚਰਲ ਸ਼ੌਕ। ਜੇ ਤੁਸੀਂ ਚੰਡੀਗੜ੍ਹ ਤੋਂ ਬਾਹਰ ਕਿਸੇ ਸ਼ਹਿਰ 'ਚ ਚਲੇ ਜਾਓ, ਇਹ ਸਾਡੀ ਆਜ਼ਾਦੀ ਇਹ ਨਹੀਂ ਹੈਗੀ ਕਿ ਆਪਣੇ ਅਸੀਂ ਮੁਲਕ ਨੂੰ ਇੰਨਾ ਸੋਹਣਾ ਬਣਾਈਏ, ਇਹ ਸਾਡੀ ਆਜ਼ਾਦੀ ਦਾ ਹਿੱਸਾ ਨਹੀਂ ਹੈ। ਕੁੱਲ ਮਿਲਾ ਕੇ ਸ਼ਹਿਰੀਆਂ ਦਾ ਵੀ ਹਿੱਸਾ ਹੈ। ਡਾਕਟਰ ਸਾਹਿਬ, ਇੱਕ ਜਿਹੜੀ ਡਾਕਟਰ ਕੁਲਦੀਪੁਰੀ, ਜਦੋਂ 1947 ਦੇ ਵਿੱਚ ਵਾਅਦਾ ਕੀਤਾ ਗਿਆ ਸੀ ਮੁਲਕ ਨਾਲ, ਇੱਕ ਵਾਅਦਾ ਇਹ ਕੀਤਾ ਗਿਆ ਸੀ ਕਿ ਅਸੀਂ ਆਵਾਮ ਦੇ ਵਿੱਚ ਵਿਗਿਆਨਿਕ ਸੋਚ ਦਾ ਪਸਾਰਾ ਕਰਾਂਗੇ ਤਾਂ ਕਿ ਉਹ ਭੁੱਖ ਨੰਗ ਤੋਂ, ਗਰੀਬੀ ਤੋਂ, ਅੰਧ ਵਿਸ਼ਵਾਸ ਤੋਂ ਮੁਕਤ ਹੋ ਕੇ ਇਹਨਾਂ ਸਾਰੀਆਂ ਆਜ਼ਾਦੀਆਂ ਨੂੰ ਮਾਣਨ ਦੇ ਲਾਇਕ ਹੋ ਸਕੇ। ਕੀ ਉਸ ਪਾਸੇ ਦੇ ਵਿੱਚ ਕੁਝ ਗਿਣਤੀਯੋਗ ਤਰੱਕੀ ਹੋਈ ਹੈ? ਮੈਂ ਇਸ ਗੱਲ ਦੇ ਵੱਲ ਮੈਂ ਇਸ ਤਰ੍ਹਾਂ ਇਹਨੂੰ ਰਿਐਕਟ ਕਰੂੰਗਾ ਕਿ ਪੂਰਾ ਜਿਹੜਾ ਐਜੂਕੇਸ਼ਨ ਦਾ ਮਾਹੌਲ ਹੈ ਇਸ ਵੇਲੇ, ਉਹ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਉਹ ਸੋਚ ਨੂੰ ਦਬਾਉਂਦਾ ਹੈ ਤੇ ਬਾਕੀ ਸਭ ਕੁਝ ਕਰਦਾ ਹੈ ਜੀ। ਮਤਲਬ ਸੋਚ ਨਹੀਂ ਪੈਦਾ ਹੋਣ ਦਿੰਦਾ ਜੀ। ਜਿਹੜੀ ਵਿਗਿਆਨਕ ਸੋਚ ਹੈ, ਵਹਿਮ ਭਰਮ ਤੋਂ ਦੂਰ ਹੋਣਾ, ਇਹ ਸਾਇੰਟੀਫਿਕ ਐਟੀਟਿਊਡ ਰੱਖਣਾ, ਅਸਲ ਵਿੱਚ ਕੀ ਹੋਇਆ ਹੈ ਕਿ ਸਾਰੇ ਪੂਰੇ ਐਜੂਕੇਸ਼ਨ ਪ੍ਰੋਜੈਕਟ ਦੇ ਵਿੱਚ ਜਿਹੜਾ ਆਪਣਾ ਸੰਵਾਦ ਹੈ, ਜਿਹੜਾ ਸਵਾਲ ਪੁੱਛਣਾ ਹੈ, ਜਿਹੜੀ ਸਥਾਪਿਤ ਮੁੱਲਾਂ ਦੇ ਉੱਪਰ ਸਵਾਲ ਕਰਨਾ ਹੈ, ਜਿਹਨੂੰ ਆਪਾਂ ਕ੍ਰਿਟੀਕਲ ਐਪਰੀਸੀਏਸ਼ਨ ਕਹਿੰਦੇ ਹਾਂ, ਉਹ ਮਾਈਨਸ ਹੈ। ਉਹ ਕਿਤੇ ਦੂਰ ਚਲਾ ਗਿਆ। ਔਰ ਮੈਨੂੰ ਇਹ ਲੱਗਦਾ ਕਿ ਉਹ ਸ਼ਾਇਦ ਪਾਲਿਸੀ ਦਾ ਹਿੱਸਾ ਹੈ ਕਿ ਕੀ ਹੈ, ਇਹ ਤੇ ਮੈਂ ਨਹੀਂ ਬਹੁਤ ਦਾਅਵੇ ਨਾਲ ਕਹਿ ਸਕਦਾ। ਪਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ 5 ਮਈ ਨੂੰ ਇੱਕ ਆਰਟੀਕਲ ਆਇਆ ਸੀ ਹਿੰਦੂ ਵਿੱਚ, ਇੱਕ ਬਹੁਤ ਦਿੱਲੀ ਦਾ ਬਹੁਤ ਕਮਾਲ ਦਾ ਕਾਲਜ ਹੈ, ਉਹਦੀ ਬਾਰੇ ਇੱਕ ਬਾਹਰਲੇ ਸਟੂਡੈਂਟ ਨੇ ਜਿਹੜਾ
ਅਬਰੋਡ ਐਕਸਪੀਰੀਅੰਸ ਦੇ ਵਾਸਤੇ ਇੱਥੇ 4 ਸਾਲ ਪੜ੍ਹਿਆ, ਉਹ ਕਹਿੰਦਾ ਕਿ ਟੀਚਰ ਆਉਂਦੇ ਨੇ ਐਂਡ ਇਹ ਵਨ ਆਫ ਦਾ ਬੈਸਟ ਕਾਲਜ ਹੈ। ਟੀਚਰ ਆਉਂਦੇ ਨੇ, ਆ ਕੇ ਆਪਣੇ ਨੋਟਸ ਕੱਢਦੇ ਨੇ, ਉਹ ਬੋਲਣਾ ਸ਼ੁਰੂ ਕਰ ਦਿੰਦੇ ਨੇ ਤੇ ਐਂਡ ਤੱਕ ਖਤਮ ਕਰਕੇ, ਤੇ ਜਦੋਂ ਘੰਟੀ ਵੱਜਦੀ ਹੈ ਉਹ ਉੱਥੇ ਨਿਸ਼ਾਨੀ ਲਾ ਕੇ ਚਲੇ ਜਾਂਦੇ ਨੇ ਜੀ। ਤੇ ਕਲਾਸ ਦੇ ਵਿੱਚ ਜੇ ਵਿਦਿਆਰਥੀ ਕੋਈ ਸਵਾਲ ਕਿਤੇ ਪੁੱਛੇ ਤੇ ਉਹ ਇਹ ਪੁੱਛਦਾ ਹੈ ਕਿ ਸਰ ਜਿਹੜਾ ਤੁਸੀਂ ਇਹ ਕਰਵਾਇਆ ਇਹ ਐਗਜ਼ਾਮ 'ਚ ਆਊਗਾ ਜੀ। ਮਤਲਬ ਅਸੀਂ ਇੰਨੇ ਐਗਜ਼ਾਮ ਓਰੀਐਂਟਡ ਹੋ ਗਏ। ਔਰ ਫਿਰ ਉਹ ਕਹਿੰਦਾ ਕਿ ਜਦੋਂ ਅਸੀਂ ਇਹਦੇ ਬਾਰੇ ਮੈਂ ਗੱਲ ਕੀਤੀ ਵੀ ਇਹ ਪ੍ਰੋਬਲਮ ਹੈ, ਤੇ ਉਹਨਾਂ ਨੇ ਕਿਹਾ ਕਿ ਤੂੰ ਕਿਉਂਕਿ ਬਾਹਰਲਾ ਬੰਦਾ ਹੈ ਜੀ, ਤੇ ਸਾਡੇ ਬਾਰੇ ਇਸ ਤਰ੍ਹਾਂ ਦੀ ਤੂੰ ਗੱਲ ਨਾ ਕਰ, ਤੂੰ ਸਾਡੇ ਨੈਸ਼ਨਲਿਜ਼ਮ ਨੂੰ ਸਾਡਾ ਜਿਹੜਾ ਰਾਸ਼ਟਰੀ ਸਨਮਾਨ ਹੈ ਤੂੰ ਉਹਦੇ ਤੇ ਉੱਪਰ ਇਹ ਅਟੈਕ ਕੀਤਾ, ਅਸੀਂ ਇਹ ਗੱਲ ਨਹੀਂ ਸੁਣਾਂਗੇ। ਮਸਲਾ ਪਤਾ ਕੀ ਹੈਗਾ? ਮਸਲਾ ਇਹ ਹੈ ਕਿ ਅਸੀਂ ਸਵਾਲ ਇਨਕਰੇਜ ਨਹੀਂ ਕਰਦੇ ਜੀ, ਅਸੀਂ ਬੱਚਿਆਂ ਨੂੰ ਸੋਚਣ ਲਈ ਇਨਕਰੇਜ ਨਹੀਂ ਕਰਦੇ। ਪੇਰੈਂਟਸ ਵੀ, ਟੀਚਰਸ ਵੀ, ਸਾਰੀ ਸੁਸਾਇਟੀ ਵੀ ਉਹਨਾਂ ਨੂੰ ਸਿਰਫ ਇੱਕ ਫਿਕਰ ਪੈ ਗਈ ਹੋਈ ਹੈ ਕਿ ਐਗਜ਼ਾਮ ਪਾਸ ਕਰੋ, ਨੰਬਰ ਲਵੋ, ਅੱਗੇ ਜੋ ਵੀ ਹੁੰਦਾ ਤੁਹਾਡਾ ਹੋਏ, ਹੁੰਦਾ ਨਾ ਜਿਵੇਂ ਹੋਵੇ। ਤੁਸੀਂ ਇਹ ਸਾਰੀ ਗੱਲ ਕਹੀ ਹੈ ਉਹਦੇ ਦੋ ਪੱਖ ਨੇ। ਇੱਕ ਪੱਖ ਤਾਂ ਇਹ ਹੈ ਕਿ ਵੀ ਇਹ ਹਿੰਦੁਸਤਾਨ ਦੇ ਬਿਹਤਰੀਨ ਕਾਲਜ ਦੇ ਵਿੱਚ ਵਿਦਿਆਰਥੀਆਂ ਕੋਲ ਉਹ ਮਾਹੌਲ ਨਹੀਂ ਹੈ ਜਿੱਥੇ ਉਹ ਸਵਾਲ ਪੁੱਛਣ, ਆਪਣੇ ਦਿਮਾਗ ਦੀ ਜਿਹੜੀ ਉਡਾਨ ਹੈ ਉਹਦੇ ਨਾਲ ਉਹ ਪੁੱਛ ਸਕਣ ਕਿ ਜੋ ਉਹਨਾਂ ਨੂੰ ਪੜ੍ਹਾਇਆ ਲਿਖਾਇਆ ਜਾ ਰਿਹਾ ਹੈ ਉਹ 'ਚ ਕਿੰਨਾ ਦਰੁਸਤ ਹੈ ਕਿੰਨਾ ਨਹੀਂ, ਤੇ ਇਹ ਇੱਕ ਵੱਡਾ ਮਸਲਾ ਹੈ। ਪਰ ਉਹ ਤਬਕਾ ਜਿਹੜਾ ਉਹਨਾਂ ਕਾਲਜਾਂ ਦੇ ਘੇਰੇ ਦੇ ਬਾਹਰ ਹੈ ਉਹਦੇ ਲਈ ਮਸਲਾ ਇਹ ਹੋਰ ਵੀ ਵੱਡਾ ਹੈ। ਉਹ ਬਿਲਕੁਲ ਉਸ ਤੋਂ ਹੋਰ ਮੈਂ ਇਹ ਐਗਜ਼ਾਮਪਲ ਹੀ ਮੈਂ ਇਸ ਕਰਕੇ ਦਿੱਤਾ ਸੀਗਾ ਕਿ ਆਪਾਂ ਜ਼ਰਾ ਉਹ ਨਜ਼ਾਰਾ ਦੇਖ ਲਈਏ ਕਿ ਜਿਹਨੂੰ ਅਸੀਂ ਬਹੁਤ ਇਲੀਟ ਇੰਸਟੀਟਿਊਸ਼ਨਸ ਕਹਿੰਦੇ ਆ, ਉੱਥੇ ਕੀ ਹਾਲਤ ਹੈਗੀ ਹੈ। ਤੇ ਦੂਜੇ ਬੰਨੇ ਇੱਕ ਹੋਰ ਵੀ ਗੱਲ ਕਰਦਾ ਜੀ, ਕਹਿੰਦਾ ਵੀ ਇੱਕ ਮੈਨੂੰ ਬਹੁਤ ਵਧੀਆ ਐਕਸਪੀਰੀਅੰਸ ਵੀ ਹੋਇਆ। ਕਹਿੰਦਾ ਵੀ ਇੱਕ ਟੀਚਰ ਆਪਣੇ 5 ਸਟੂਡੈਂਟਸ ਦੇ ਨਾਲ ਕੇਦਾਰਨਾਥ ਦੀ ਯਾਤਰਾ ਤੇ ਚਲਾ ਗਿਆ, ਔਰ ਉਹ ਕੇਦਾਰਨਾਥ ਦੀ ਯਾਤਰਾ ਕਰਦੇ ਹੋਏ ਪੂਰੇ ਰਾਹ 'ਚ ਆਉਂਦੇ ਜਾਂਦੇ ਉਹ ਗੱਲਾਂ ਕਰਦੇ ਨੇ, ਸੰਵਾਦ ਕਰਦੇ ਨੇ। ਸਟੂਡੈਂਟ ਦੇ ਵਿੱਚ ਥਰਸਟ ਹੈ, ਪਿਆਸ ਹੈ, ਭੁੱਖ ਹੈ ਪੁੱਛਣ ਦੀ, ਤੇ ਜਿਹੜਾ ਟੀਚਰ ਆ ਪੈਸ਼ਨੇਟਲੀ ਪੂਰੀ ਭਾਵਨਾ ਨਾਲ ਪੜ੍ਹਾ ਰਿਹਾ। ਮੈਨੂੰ ਦਿਲਜੀਤ ਜੀ ਇਹ ਲੱਗਦਾ ਕਿ ਅਸੀਂ ਇਸ ਗੱਲ ਤੋਂ ਕਿਤੇ ਖੁੰਝ ਗਏ ਹਾਂ ਜਦੋਂ ਦਾਦਾ ਭਾਈ ਨੌਰੋਜੀ ਨੇ ਅੰਗਰੇਜ਼ਾਂ ਦੀ ਜਿਹੜੀ ਇਕਨੋਮਿਕ ਪਾਲਿਸੀ ਦਾ ਕ੍ਰਿਟਿਕ ਕੀਤਾ ਸੀਗਾ, ਜਾਂ ਰਜਨੀ ਪਾਮਦੱਤ ਜਾਂ ਦੂਜਿਆਂ ਨੇ ਜਦੋਂ ਕੀਤਾ ਸੀ, ਉਹ ਉਸ ਸਿਸਟਮ ਤੋਂ ਨਿਕਲ ਕੇ ਆਏ ਸੀਗੇ ਜਿਹਦੇ ਵਿੱਚ ਉਸ ਐਜੂਕੇਸ਼ਨ ਸਿਸਟਮ ਨੇ ਉਹਨੂੰ ਸੋਚਣਾ ਸਿਖਾਇਆ ਸੀ। ਤੇ ਉਹਨਾਂ ਦੀ ਇੱਕ ਜਾਂ ਦੋ ਬੰਦਿਆਂ ਦੀ ਕਹੀ ਹੋਈ ਗੱਲ ਨੇ ਫਰੀडम ਮੂਵਮੈਂਟ ਨੂੰ ਆਧਾਰ ਦਿੱਤਾ ਸੀ। ਅੱਜ ਮੈਨੂੰ ਇਹ ਲੱਗਦਾ ਹੈ ਕਿ ਉਹ ਪੂਰੇ ਐਜੂਕੇਸ਼ਨ ਦੇ ਅਦਾਰਿਆਂ ਦੇ ਵਿੱਚ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਜਿਹੜਾ ਸੋਚ ਔਰ ਡਿਸਕਸ਼ਨ ਔਰ ਕ੍ਰਿਟੀਕਲ ਐਪਰੀਸੀਏਸ਼ਨ ਵਾਲਾ ਮਸਲਾ ਹੈ, ਮਤਲਬ ਸੋਚ ਦੀ ਆਜ਼ਾਦੀ ਨਹੀਂ, ਉਹ ਕਿਤੇ ਬਹੁਤ ਦੂਰ ਚਲਾ ਗਿਆ। ਤੇ ਹੁਣ ਅਸੀਂ ਟ੍ਰੇਨ ਹੀ ਉਹਨਾਂ ਨੂੰ ਇਹ ਕੀਤਾ। ਕਦੀ ਇੱਦਾਂ ਹੋਇਆ ਕਿ ਕਦੀ ਨਹੀਂ ਇੱਦਾਂ ਹੋਇਆ ਕਿ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਕਰਿਕੂਲਮ ਵਿੱਚ ਪਹਿਲੇ ਹੱਲ ਹੋ ਕੇ ਲਿਖੀਆਂ ਹੋਈਆਂ ਹੋਣ, ਇੰਝ ਨਹੀਂ ਕਦੀ ਹੁੰਦਾ। ਅਸੀਂ ਤੇ ਵਿਦਿਆਰਥੀ ਨੂੰ, ਬੱਚੇ ਨੂੰ ਜਾਂ ਨਾਗਰਿਕ ਨੂੰ ਇਸ ਗੱਲ ਲਈ ਤਿਆਰ ਕਰਨਾ ਹੁੰਦਾ ਕਿ ਉਹ ਸੋਚ ਸਮਝ ਕੇ ਆਉਣ ਵਾਲੀਆਂ ਗੱਲਾਂ ਦਾ ਸਾਹਮਣਾ ਕਰੇ। ਸੋ ਮੈਨੂੰ ਲੱਗਦਾ ਅਸੀਂ ਉਸ ਤੋਂ ਬਹੁਤ ਪਿੱਛੇ ਰਹਿ ਗਏ, ਆਜ਼ਾਦੀ ਨਹੀਂ ਹੈ। ਡਾਕਟਰ ਕੁਲਦੀਪੁਰੀ ਨੇ ਜਿਹੜੀ ਗੱਲ ਕਹੀ ਹੈ, ਜੇ ਉਹਨੂੰ ਮੈਂ ਇੱਦਾਂ ਕਹਾਂ ਕਿ ਮਾਪੇ ਘਰਾਂ ਦੇ ਵਿੱਚ ਤੇ ਕਾਲਜਾਂ ਦੇ ਵਿੱਚ, ਸਕੂਲਾਂ ਦੇ ਵਿੱਚ ਅਧਿਆਪਕ ਤੇ ਵੱਡੇ ਪੱਧਰ ਦੇ ਉੱਤੇ ਸਾਰੇ ਸ਼ਹਿਰੀਆਂ ਨੂੰ ਸਰਕਾਰ ਇੱਕ ਤਰੀਕੇ ਦੇ ਸੀਲ ਜੀ ਹਜੂਰ ਬਣਾਉਣ ਦੇ ਉੱਤੇ ਲੱਗੀ ਹੋਈ ਹੈ ਕਿ ਜੋ ਜਿਵੇਂ ਤੁਹਾਨੂੰ ਪੜ੍ਹਾਇਆ ਜਾ ਰਿਹਾ ਉਹ ਸੋਚੋ, ਉਸੇ ਤਰੀਕੇ ਨਾਲ ਤੁਸੀਂ ਸੋਚੋ, ਉਸ ਤੋਂ ਬਾਹਰ ਆ ਕੇ ਸੋਚਣਾ। ਔਰ ਸੋਚੋ ਵੀ ਜੇ ਤੁਸੀਂ ਕੁਐਸਚਨ ਕਰਦੇ ਹੋ ਫਿਰ ਤੁਸੀਂ ਇਨਡਿਸਪਲਿਨਡ ਹੈਗੇ ਹੋ। ਸਾਡੇ ਦੇਸ਼ 'ਚ ਇਨਡਿਸਪਲਿਨ ਇੰਨਾ ਵੱਡਾ ਮਾਮਲਾ ਹੈਗਾ ਹੈ, ਟੀਚਰਸ ਦੀ ਮਾਨਹਾਨੀ ਇੰਨੀ ਹੁੰਦੀ ਹੈ। ਇਨਡਿਸਪਲਿਨਡ ਹੈਗੇ ਹੋ, ਇਮਾਨਦਾਰ ਨਹੀਂ ਹੈਗੇ ਹੋ, ਤੇ ਇੱਕ ਵੱਡੇ ਪੱਧਰ ਦੇ ਉੱਤੇ ਜਾ ਕੇ ਤੁਸੀਂ ਦੇਸ਼ ਧਰੋਹੀ ਵੀ ਹੈਗੇ ਹੋ ਜਦੋਂ ਤੁਸੀਂ ਸਰਕਾਰ ਨਾਲ ਗੱਲ ਕਰਦੇ ਹੋ। ਅਸੀਂ ਹੁਣ ਅੱਜ ਤੱਕ ਵੀ ਨਾ ਜਿਹੜੀ ਸਲੇਵ ਮੈਂਟੈਲਿਟੀ ਹੈ, ਅਸੀਂ ਤੇ ਸਲੇਵਸ ਹੈਗੀਆਂ ਤੇ ਸਾਨੂੰ ਤੁਸੀਂ ਡਿਸਪਲਿਨ ਕਰਕੇ ਰੱਖਣਾ ਹੈ। ਕੁੜੀਆਂ ਨੂੰ ਤੁਸੀਂ ਡਿਸਪਲਿਨ ਕਰਕੇ ਰੱਖਣਾ ਹੈ ਕਿ ਉਹ ਆਪਣੀ ਹੱਦ, ਜਿਹੜੀ ਤੁਸੀਂ ਹੱਦ ਮੁਕਰਰ ਕੀਤੀ ਹੈ ਉਸ ਤੋਂ ਬਾਹਰ ਨਾ ਜਾਣ। ਮੁੰਡਿਆਂ ਨੂੰ ਤੁਸੀਂ ਡਿਸਪਲਿਨ ਕਰਕੇ ਰੱਖਣਾ ਹੈ ਤਾਂ ਕਿ ਉਨ੍ਹਾਂ ਦੀ ਸੋਚ ਨਾ ਵਧੇ। ਨਾ ਹੀ ਇਜ਼ ਐਨ ਐਂਟਰਪ੍ਰੀਨਿਓਰ, ਹੀ ਇਜ਼ ਅ ਫਿਲਮ ਮੇਕਰ ਐਂਡ ਇਨ ਯੰਗ ਏਜ ਹੈਗੇ ਨੇ, ਬਟ ਇਹ ਸੋਚ ਹੈਗੀ ਹੈ। ਤੁਸੀਂ ਕਿੰਨੇ ਲੋਕਾਂ ਨੂੰ ਜਾਣਦੇ ਹੋ ਉਹ ਡਰੱਗਸ 'ਚ ਪੈ ਗਏ ਨੇ, ਪਰ ਉਹਨਾਂ ਦੀ ਇੰਨੀ ਸੋਚ ਨਹੀਂ ਹੈਗੀ ਕਿ ਕੁਝ ਵੱਡਾ ਕਰਨ। ਤੁਸੀਂ ਆਪਣੀ ਹਰ ਕਮੀ ਲਈ ਤੁਸੀਂ ਸਰਕਾਰ ਨੂੰ ਨਹੀਂ ਬਲੇਮ ਕਰ ਸਕਦੇ। ਇਹ ਜਿਹੜਾ ਸਾਡਾ ਕਲਚਰ ਆਫ ਡੋਮੀਨੈਂਸ ਹੈਗਾ ਹੈ, ਇਹ ਮੈਨੂੰ ਬਹੁਤ ਚੰਗੀ ਲੱਗੀ ਇਹਨਾਂ ਦੀ ਗੱਲ ਕਿ ਆਜ਼ਾਦ ਸੋਚ ਦੀ ਆਜ਼ਾਦੀ ਨਹੀਂ ਹੈਗੀ। ਜੀ ਡਾਕਟਰ ਕੁਲਦੀਪੁਰੀ ਜੀ ਇੱਕ ਗੱਲ ਹੋਰ ਮੈਂ ਨਾ ਇਹ ਸਾਰੇ ਸਿਸਟਮ ਵਿੱਚ ਦੇਖਦਾ ਕਿ ਕੱਲ ਫਾਈਨੈਂਸ ਮਿਨਿਸਟਰ ਰਾਜ ਸਭਾ 'ਚ ਬੋਲ ਰਹੇ ਸੀ ਜੀ, ਔਰ ਜਿੰਨਾ ਜ਼ੋਰ ਦੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਵੈਲਪਮੈਂਟ ਨੂੰ ਇਨਕਲੂਸਿਵ ਕਰਾਂਗੇ ਜੀ। ਅੱਜ ਪ੍ਰਧਾਨ ਮੰਤਰੀ ਹੁਣੇ ਤੁਸੀਂ ਉਹਨਾਂ ਦਾ ਕੱਟ ਦਿਖਾਇਆ, ਉਹ ਵੀ ਇਨਕਲੂਸਿਵ ਦੀ ਗੱਲ ਕਰ ਰਹੇ ਸੀਗੇ ਜੀ। ਲੇਕਿਨ ਮੈਨੂੰ ਇਹ ਸਾਰਾ ਕੁਝ ਇਹ ਲੱਗਦਾ ਕਿ ਉਹ ਤਾਂ ਇਨਕਲੂਸਿਵ ਤਾਂ ਨਹੀਂ ਹੋਇਆ। ਹਾਂ, ਹਾਲਾਂਕਿ ਉਹ ਕਹਿੰਦੇ ਜ਼ਰੂਰ ਨੇ, ਪਰ ਨਾ ਬਹੁਤ ਕੁਝ ਪਾਪੂਲੇਸ਼ਨ ਦੇ ਨਾਲ ਉਹਨਾਂ ਨੂੰ ਤਰਸ, ਮਿਹਰਬਾਨੀ
ਕਿਰਪਾ ਦੇ ਦ੍ਰਿਸ਼ਟੀ ਵਜੋਂ ਉਹਨਾਂ ਨੂੰ ਦਿੱਤਾ ਜਾਂਦਾ। ਮਿਡ ਡੇ ਮੀਲ ਦੇ ਦਿੱਤਾ ਜੀ, ਫਲਾਣਾ ਸਕੂਲ ਦੇ ਦਿੱਤਾ। ਜੀ। ਇਹ ਜਿਹੜਾ ਗ੍ਰਾਂਟ ਕਰਨ ਵਾਲਾ ਮਸਲਾ ਹੈ ਨਾ, ਜੀ। ਇੱਕ ਤਾਂ ਇਹ ਖੁਰਾਕ ਸੁਰੱਖਿਆ, ਹਾਂਜੀ ਖੁਰਾਕ ਸੁਰੱਖਿਆ, ਖੁਰਾਕ 67% ਸੁਰੱਖਿਆ ਲੋਕਾਂ ਨੂੰ। ਉਹ ਦੇ ਦਿੱਤਾ। ਔਰ ਐਜੂਕੇਸ਼ਨ 'ਚ ਤਾਂ ਇੱਕ ਗੱਲ ਕੱਲ੍ਹ ਹੀ ਇੱਕ ਸਟੱਡੀ ਰਿਪੋਰਟ ਹੋਈ ਹੈ, ਉਹ ਪ੍ਰੋਫੈਸਰ ਨਿਊਪਾ ਦੇ ਵਾਈਸ ਚਾਂਸਲਰ ਨੇ ਆਰ ਗੋਵਿੰਦਾ, ਉਹਨਾਂ ਨੇ ਕਿਹਾ ਕਿ ਕਾਸਟ ਸਿਸਟਮ ਦੇ ਤਰ੍ਹਾਂ ਅਸੀਂ ਸਕੂਲਾਂ ਨੂੰ ਵੀ ਇੰਨੀਆਂ ਪਰਤਾਂ ਦੇ ਵਿੱਚ ਡਿਵਾਈਡ ਕਰ ਦਿੱਤਾ ਹੈ ਜੀ ਕਿ ਇਹ ਕੁਆਲਿਟੀ ਜਿਹੜੀ ਐਜੂਕੇਸ਼ਨ ਦੀ ਕੁਆਲਿਟੀ ਹੈ ਉਹਦੇ ਤੇ ਬਹੁਤ ਬੁਰਾ ਤਰ੍ਹਾਂ ਅਸਰ ਕਰ ਰਿਹਾ ਜੀ। ਔਰ ਇਹ ਪ੍ਰਾਈਵੇਟਾਈਜੇਸ਼ਨ ਦਾ ਨਤੀਜਾ ਜੀ। ਔਰ ਇਹ ਸਾਡੀ ਕਿਰਪਾ ਤਰਸ ਤੇ ਉਹਦੇ ਨਾਲ ਸਭ ਕੁਝ ਦੇਣ ਦਾ ਨਤੀਜਾ। ਨਹੀਂ ਕੱਲਾ ਤੁਸੀਂ ਪ੍ਰਾਈਵੇਟਾਈਜੇਸ਼ਨ ਨੂੰ ਨਹੀਂ ਬਲੇਮ ਕਰ ਜਤਿੰਦਰ ਤੁਸੀਂ ਕੁਝ ਕਹਿਣ ਮੈਂ ਲੱਗੇ। ਸਿਰਫ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਇੱਕ ਆਜ਼ਾਦੀ ਵਾਲੀ ਮੈਂ ਉਹ ਗੱਲ ਜਿਹੜੀ ਇੱਕ ਸੀ ਕਿ ਜੇ ਤਾਂ ਅਸੀਂ ਇਹ ਮੰਨੀਏ ਵੀ ਆਜ਼ਾਦੀ ਆ ਜਿਹੜੀ ਉਹ ਮਨੁੱਖ ਦੀ ਪੂਰਨ ਆਜ਼ਾਦੀ ਦੀ ਗੱਲ ਕਰ ਰਹੇ ਹਾਂ ਜਦੋਂ ਅਸੀਂ, ਫਿਰ ਅਸੀਂ ਇਹ ਮੰਨਾਂਗੇ ਵੀ 47 ਤੋਂ ਬਾਅਦ ਜਿਹੜੀ ਮਨੁੱਖ ਦੀ ਆਪਣੀ ਆਜ਼ਾਦੀ ਦੀ ਲੜਾਈ ਆ, ਅਸੀਂ ਉਹਦੀ ਲਗਾਤਾਰਤਾ 'ਚ ਜੇ ਅਸੀਂ ਸਰਕਾਰ ਨੂੰ ਸਵਾਲ ਕਰ ਰਹੇ ਹਾਂ। ਅਸੀਂ ਦੂਜੀ ਗੱਲ ਵੀ ਜਿਹੜਾ ਅੱਜ 2 ਰੁਪਏ ਦੇ ਮਤਲਬ ਇਸ ਹਾਲਤ ਦੇ ਵਿੱਚ ਜੇ ਤੁਸੀਂ ਲੋਕਾਂ ਨੂੰ ਲੈ ਜਾਂਦਾ ਵੀ ਉਹ 2 ਰੁਪਏ ਦੇ ਆਟੇ ਤੇ ਦਾਲ ਦੇ ਉੱਤੇ ਮਤਲਬ ਉਹਨਾਂ ਨੂੰ ਤੁਸੀਂ ਭੀਖ 'ਚ ਦੇ ਰਹੇ ਹੋ, ਤੇ ਇਹ ਕਿੰਨੀ ਕੁ ਤਰੱਕੀ ਕੀਤੀ ਹੋਊਗੀ ਮੁਲਕ ਨੇ, ਇਹ ਇਹਦਾ ਸਬੂਤ ਆ। ਤੇ ਉਹ ਲੋਕਾਂ ਦਾ ਹੱਕ ਆ, ਗਿਆਨ, ਸਿੱਖਿਆ, ਰੋਟੀ, ਇਹ ਹੱਕ ਆ ਜਿਹੜਾ ਤੁਸੀਂ ਭੀਖ ਦੇ ਰੂਪ ਦੇ ਵਿੱਚ ਮਤਲਬ ਹੁਣ ਮਤਲਬ ਇਸ ਗੱਲ ਨੂੰ ਪ੍ਰਚਾਰ ਕਰ ਰਹੇ ਹੋ। ਜੀ, ਤੁਹਾਡੇ ਲਈ ਤੇ ਉਹ ਹੋਰ ਵੀ ਅਹਿਮ ਹੈ ਕਿਉਂਕਿ ਤੁਹਾਡਾ ਇਲਾਕਾ ਜਿਹੜਾ ਖਮਾਣੋ ਹੈ, ਖਮਾਣੋ ਦੇ ਵਿੱਚ ਇਸ ਵੇਲੇ ਬਹੁਤ ਵੱਡਾ ਜਿਹੜਾ ਅੰਨ ਦਾ ਭੰਡਾਰ ਹੈ ਉਹ ਸੜ ਰਿਹਾ, ਤੇ ਦੂਜੇ ਪਾਸੇ ਜਿਹੜੇ ਲੋਕ ਨੇ ਇਸੇ ਮੁਲਕ ਦੇ ਵਿੱਚ ਭੁੱਖੇ ਮੰਗ ਰਹੇ ਨੇ, ਮਰ ਰਹੇ ਨੇ। ਤੁਸੀਂ ਸਾਰੇ ਅੱਜ ਦੀ ਚਰਚਾ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਜਿਹੇ ਮੌਕੇ ਉੱਤੇ ਗੱਲਾਂ ਸਾਫ਼-ਸਾਫ਼ ਹੋਣੀਆਂ ਚਾਹੀਦੀਆਂ ਨੇ। ਇਸ ਦਿਹਾੜੇ ਦੀ ਅਹਿਮੀਅਤ ਹੀ ਇਸ ਗੱਲ ਵਿੱਚ ਹੈ ਕਿ ਅਸੀਂ ਆਪਣੀਆਂ ਪ੍ਰਾਪਤੀਆਂ ਤੇ ਨਾਕਾਮਯਾਬੀਆਂ ਦਾ ਇਮਾਨਦਾਰੀ ਨਾਲ ਅੰਦਾਜ਼ਾ ਲਗਾਈਏ। ਇਹ ਵੀ ਵੇਖੀਏ ਕਿ ਸਾਡੀਆਂ ਪ੍ਰਾਪਤੀਆਂ ਦੇ ਘੇਰੇ ਵਿੱਚੋਂ ਕਿਹੜਾ ਤਬਕਾ ਬਾਹਰ ਹੈ, ਸਾਡੀਆਂ ਨਾਕਾਮਯਾਬੀਆਂ ਦਾ ਫਾਇਦਾ ਕਿਸ ਨੂੰ ਹੋਇਆ ਹੈ ਤੇ ਨੁਕਸਾਨ ਕਿਸ ਨੂੰ ਹੋਇਆ ਹੈ। ਨਮਸਕਾਰ, ਸਤਿ ਸ੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।